ਵੈਕੇਸ਼ਨ ਪੇ ਉਹਨਾਂ ਦੀ ਬਣਦੀ ਆ, ਉਹਨਾਂ ਦਾ ਹੱਕ ਬਣਦਾ, ਨਾ ਕਿ ਇੰਪਲੋਇਰ ਤੇ ਨਹੀਂ ਹੈਗਾ ਦੇਣੀ ਜਾਂ ਨਹੀਂ ਦੇਣੀ, ਉਹਨਾਂ ਦਾ ਹੱਕ ਬਣਦਾ। ਕੋਈ ਵਰਕਰ ਫੀਲ ਕਰਦਾ ਕਿ ਮੈਨੂੰ ਕਾਨੂੰਨ ਮੁਤਾਬਕ ਪੈਸੇ ਨਹੀਂ ਮਿਲ ਰਹੇ, ਤਨਖਾਹ ਨਹੀਂ ਮਿਲ ਰਹੀ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ, ਤੁਸੀਂ ਫੋਨ ਕਰਕੇ ਪਤਾ ਕਰ ਲਓ ਤੇ ਤੁਹਾਨੂੰ ਨਾ ਵੀ ਦੱਸਣ ਦੀ ਲੋੜ ਨਹੀਂ ਹੈਗੀ। ਤੇ ਉੱਥੇ ਜਾ ਕੇ ਕਾਫੀ ਅਸੀਂ ਚੇਂਜਸ ਲਿਆ ਰਹੇ ਹਾਂ ਤਾਂ ਕਿ ਵਰਕਰ ਜਿਹੜਾ ਉਹਦਾ ਹੱਕ ਮਿਲੇ। ਉਹ ਹੋਰ ਵੀ ਜ਼ਿਆਦਾ ਭੈੜਾ ਹੋ ਜਾਂਦਾ ਕਿ ਜਦੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਉਹਨਾਂ ਨੇ ਕੰਮ ਤੇ ਵਾਪਸ ਜਾਣਾ, ਕਦੋਂ ਜਾਣਾ। ਇਹੋ ਜਿਹਾ ਧੱਕਾ ਵਰਕਰ ਨਾਲ ਨਾ ਹੋਵੇ। ਅਸੀਂ 135 ਲੈਂਗੁਏਜ ਦੇ ਵਿੱਚ ਉੱਥੇ ਹੈਲਪਲਾਈਨ ਸਾਡੀ ਬਣਾਈ ਹੋਈ ਹੈਗੀ ਆ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਮਿਨਿਸਟਰ ਹੈਰੀ ਬੈਂਸ ਦੇ ਕੋਲ ਪਹੁੰਚੇ ਹਾਂ ਗੱਲਬਾਤ ਕਰਨ ਦੇ ਵਾਸਤੇ ਕਾਮਿਆਂ ਦੇ ਬਾਰੇ, ਜਿਹੜੇ ਕੰਮ ਇਸ ਸਮੇਂ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਦਾ ਕੀ ਕਹਿਣਾ ਹੈ ਤੇ ਉਹਨਾਂ ਦੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਉਹਨਾਂ ਤੋਂ ਲਵਾਂਗੇ। ਤਾਂ ਨਾਲ ਹੀ ਜਿਹੜੇ ਕਾਮਿਆਂ ਦੇ ਨਾਲ ਕੰਮ ਦੇ ਉੱਤੇ ਧੱਕਾ ਹੁੰਦਾ ਹੈ ਤੇ ਇਸ ਦੌਰਾਨ ਉਹਨਾਂ ਨੂੰ ਸਹੀ ਸਹੂਲਤਾਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਨਹੀਂ ਦਿੱਤੀਆਂ ਜਾਂਦੀਆਂ, ਉਸ ਦਾ ਵੀ ਜ਼ਿਕਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਆਖਿਰ ਕਾਮਿਆਂ ਦੇ ਹੱਕਾਂ ਦੇ ਵਾਸਤੇ ਕਿਹੜੇ-ਕਿਹੜੇ ਕਦਮ ਚੁੱਕੇ ਜਾ ਰਹੇ ਨੇ ਤੇ ਕਿਵੇਂ ਉਹ ਇਸ ਸੰਬੰਧੀ ਅੱਗੇ ਗੱਲਬਾਤ ਕਰ ਸਕਦੇ ਨੇ। ਵਰਕਰਸ ਦੇ ਵੱਲੋਂ ਇਸ ਸਮੇਂ ਜੋ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਮੰਗ ਕਰ ਰਹੇ ਨੇ ਉਹ, ਤੇ ਫਿਰ ਉਹਨਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਜੀ ਇਸ ਵੇਲੇ ਆਈ ਥਿੰਕ ਆਪਾਂ ਨੂੰ ਪਤਾ ਕੋਵਿਡ-19 ਨੇ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਵਿਦਆਊਟ ਐਨੀ ਨੋਟਿਸ। ਆਪਾਂ ਨੂੰ ਇਹ ਪੈਂਡੈਮਿਕ ਆਪਣੇ ਤੇ ਆ ਵਰੀ, ਜਿਹਦੇ ਨਾਲ ਇੰਪਲੋਇਰ ਜਿਹੜੇ ਆ ਉਹਨਾਂ ਨੂੰ ਬਹੁਤ ਸੀਰੀਅਸ ਫਾਈਨੈਂਸ਼ੀਅਲ ਚੈਲੰਜਸ ਆ ਗਏ। ਵਰਕਰਸ ਲੇਅਰ ਆਫ ਹੋ ਕੇ ਘਰ ਬੈਠ ਕੇ। ਮੈਨੂੰ ਪਤਾ ਕਿ ਜਦੋਂ ਇਹ ਹਾਲਾਤਾਂ ਦੇ ਵਿੱਚ ਵਰਕਰ ਲੰਘਦਾ, ਖਾਸ ਤੌਰ 'ਤੇ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਕਿ ਆਮ ਵਰਕਰ ਪੇ ਚੈੱਕ ਟੂ ਪੇ ਚੈੱਕ ਹੁੰਦੇ ਆ, ਜੇ ਉਹਨਾਂ ਦੀ ਜੌਬ ਜਾਂਦੀ ਲੱਗਦੀ ਆ, ਉਹ ਬਹੁਤ ਹੀ ਇੱਕ ਭੈੜਾ ਸਮਾਂ ਆਉਂਦਾ ਵਰਕਰ ਦੇ ਵਿੱਚ। ਉਹ ਹੋਰ ਵੀ ਜ਼ਿਆਦਾ ਭੈੜਾ ਹੋ ਜਾਂਦਾ ਕਿ ਜਦੋਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਉਹਨਾਂ ਨੇ ਕੰਮ ਤੇ ਵਾਪਸ ਜਾਣਾ, ਕਦੋਂ ਜਾਣਾ। ਕਿਉਂਕਿ ਬਿੱਲ ਜਿਹੜੇ ਆ ਆਉਂਦੇ ਰਹਿੰਦੇ ਆ, ਸਾਡੀ ਜਿਹੜੀ ਹੈਗੀ ਆ ਫੈਮਿਲੀ ਨੂੰ ਰਨ ਕਰਨ ਦੀ ਕਾਸਟ ਚਲਦੀ ਰਹਿੰਦੀ ਆ, ਰੈਂਟ, ਮੌਰਗੇਜ, ਇਲੈਕਟ੍ਰਿਸਿਟੀ, ਬੱਚਿਆਂ ਦਾ ਖਰਚ ਸਾਰਾ ਚੱਲਦਾ ਰਹਿੰਦਾ। ਸੋ ਮੈਂ ਬਹੁਤ ਉਹਨਾਂ ਨਾਲ ਸਿੰਪਥਾਈਜ਼ ਕਰਦਾ। ਮੈਂ ਉਹਨਾਂ ਨੂੰ ਮਿਲਿਆ ਸੀਗਾ ਵਿਕਟੋਰੀਆ ਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਬਹੁਤ ਇਸ ਗੱਲ ਉੱਤੇ ਚਿੰਤਤ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਇੰਪਲੋਇਰ ਨੂੰ ਮੈਸੇਜ ਸਾਫ਼ ਤੌਰ 'ਤੇ ਭੇਜਿਆ ਕਿ ਤੁਸੀਂ ਕੋਵਿਡ-19 ਨੂੰ ਇੱਕ ਰੀਜ਼ਨ ਨਹੀਂ ਲੈ ਸਕਦੇ ਕਿ ਤੁਸੀਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਵਰਕਰਾਂ ਦੀਆਂ ਉਹ ਆਪਣੀਆਂ ਨਿਗਲੈਕਟ ਕਰ ਦਿਓ, ਛੱਡ ਦਿਓ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇੰਪਲੋਇਰ ਅਤੇ ਇੰਪਲੋਈ ਦਾ ਕਨੈਕਸ਼ਨ ਆ ਉਹ ਬਣਿਆ ਰਹੇ, ਤਾਂ ਹੀ ਅਸੀਂ ਕਾਮਯਾਬ ਹੋ ਸਕਾਂਗੇ ਜਿਹੜਾ ਮੁੜ ਕੇ ਇਕੋਨਮੀ ਰੀਡਿਵੈਲਪ ਕਰਨਾ, ਮੁੜ ਕੇ ਰੀਓਪਨ ਕਰਨਾ। ਕਿਉਂਕਿ ਇਹੀ ਵਰਕਰ ਹੈਗੇ ਆ ਜਿਨ੍ਹਾਂ ਨੇ ਉਹਨਾਂ ਨੂੰ ਬਿਜ਼ਨਸ ਨੂੰ ਚਲਾਉਣ ਲਈ ਤਾਂ ਉਹਨੂੰ ਵਧਾਉਣ ਵਿੱਚ ਸਾਲਾਂ ਤੋਂ ਇਹਨਾਂ ਦਾ ਆਪਣਾ ਹਿੱਸਾ ਪਾਇਆ। ਹੁਣ ਜੇ ਉਹਨਾਂ ਨੇ ਕਸਟਮਰ ਵਾਪਸ ਲਿਆਉਣੇ ਆ, ਕਸਟਮਰ ਦਾ ਕਾਨਫੀਡੈਂਸ ਜਿੱਤਣਾ, ਤਾਂ ਫਿਰ ਉਹਨਾਂ ਨੂੰ ਚਾਹੀਦਾ ਕਿ ਉਹ ਵਰਕਰ ਜਿਹੜੇ ਹੈਗੇ ਆ ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਸਕਿੱਲਸ ਉਹਨਾਂ ਨੂੰ ਅਵੇਲੇਬਲ ਹੋਵੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਇੰਪਲੋਇਰ ਅਤੇ ਇੰਪਲੋਈ ਰਲ ਕੇ ਕੰਮ ਕਰਕੇ ਇੱਕ ਦੂਜੇ ਨੂੰ ਇਹ ਸ਼ਾਦੀ ਦਵਾ ਦੇਣ ਕਿ ਹਾਂ ਜਦੋਂ ਕੰਮ ਚੱਲੇ ਅਸੀਂ ਤੁਹਾਨੂੰ ਵਾਪਸ ਬੁਲਾਵਾਂਗੇ, ਤੁਹਾਡੀ ਸਕਿੱਲਸ ਦੀ ਲੋੜ ਆ, ਤੁਹਾਡੇ ਤਜਰਬੇ ਦੀ ਲੋੜ ਆ। ਕਿਉਂਕਿ ਇੰਪੋਰਟੈਂਟ ਹੈਗਾ ਕਸਟਮਰ ਵਾਸਤੇ ਕਿ ਉਹਨਾਂ ਦੀ ਹੈਲਥ ਐਂਡ ਸੇਫਟੀ, ਉਹਨਾਂ ਦੇ ਵਰਕਰ ਦੀ ਹੈਲਥ ਐਂਡ ਸੇਫਟੀ ਪ੍ਰੋਟੈਕਟਡ ਹੈ ਜਦੋਂ ਉਹਨਾਂ ਦੇ ਹੋਟਲ ਵਿੱਚ ਜਾਣਗੇ ਜਾਂ ਰੈਸਟੋਰੈਂਟ ਵਿੱਚ ਜਾਂਦੇ ਆ। ਸੋ ਅਸੀਂ ਕੰਮ ਕਰ ਰਹੇ ਹਾਂ ਇਹਦੇ ਉੱਤੇ। ਮੈਂ ਰੀਸੈਂਟਲੀ ਇੱਕ ਬੜੀ ਰਿਨਾਊਨ ਲੋਇਰ ਸੈਂਡਰਾ ਬੈਨਿਸਟਰ ਨੂੰ ਅਪੁਆਇੰਟ ਕੀਤਾ ਕਿ ਉਹ ਸਾਰੀਆਂ ਪਾਰਟੀ ਨਾਲ ਗੱਲਬਾਤ ਕਰਕੇ ਉਹਦੀ ਰਿਪੋਰਟ ਮੈਨੂੰ ਦੇਣ, ਜਿਹੜੀ ਰਿਪੋਰਟ ਮੈਨੂੰ ਕੱਲ੍ਹ ਮਿਲ ਗਈ ਹੈ ਜੀ। ਉਹ 'ਤੇ ਅਸੀਂ ਗੌਰ ਕਰ ਰਹੇ ਹਾਂ, ਕੁਝ ਦਿਨ ਲੱਗਣਗੇ। ਕਾਫੀ ਥੋਰੋ ਰਿਪੋਰਟ ਹੈਗੀ ਆ ਕਿ ਉਹਨਾਂ ਦੀਆਂ ਫਾਈਂਡਿੰਗਸ ਕੀ ਹੈਗੀਆਂ। ਕਾਫੀ ਇਨਫੋਰਮੇਸ਼ਨ ਮੈਂ ਦੇਖੀ ਆ, ਕੱਲ੍ਹ ਦਾ ਮੈਂ ਪੜ੍ਹ ਰਿਹਾ ਕਿ ਜਿਹੜੀ ਕਿ ਸਾਡੇ ਕੋਲ ਪਹਿਲਾਂ ਨਹੀਂ ਸੀਗੀ, ਉਹਨੂੰ ਸਾਰੇ ਨੂੰ ਐਨਾਲਾਈਜ਼ ਕਰਾਂਗੇ, ਫਿਰ ਅਸੀਂ ਸੋਚਾਂਗੇ ਕਿ ਨੈਕਸਟ ਸਟੈਪਸ ਕੀ ਹੈਗੇ ਜੀ। ਕਿਉਂਕਿ ਜਦੋਂ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਅਸੀਂ ਨੈਗੋਸੀਏਸ਼ਨ ਕਾਫੀ ਦੇਰ ਤੋਂ ਕਰ ਰਹੇ ਸੀ, ਪਰ ਸਾਨੂੰ ਇੰਪਲੋਇਰਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਕਰ ਸਕਦੇ, ਤੁਹਾਡੇ ਨਾਲ ਕੰਟਰੈਕਟ ਵੀ ਰੀਨਿਊ ਨਹੀਂ ਕਰ ਸਕਦੇ ਤੇ ਦੁਬਾਰਾ ਤੋਂ ਨਹੀਂ ਕੰਮ 'ਤੇ ਬੁਲਾ ਸਕਦੇ ਪੁਰਾਣੇ ਕਾਮਿਆਂ ਨੂੰ। ਸੋ ਆਈ ਥਿੰਕ ਇਹ ਵੀ ਇੱਕ ਗੱਲ ਹੈਗੀ ਉਹਦੇ ਕਿ ਬਾਰਗੇਨਿੰਗ ਚੱਲ ਰਹੀ ਆ ਕਾਫੀ ਯੂਨੀਅਨਸ ਦੀ, ਕਾਫੀ ਹੋਟਲਸ ਦੇ ਨਾਲ। ਕਈ ਜਗ੍ਹਾ 'ਤੇ ਉਹ ਕਾਮਯਾਬ ਹੋ ਗਏ ਆ ਆਪਣੀ ਜਿਹੜੀ ਹੈਗੀ ਆ ਰੀਕਾਲ ਨੂੰ ਐਕਸਟੈਂਡ ਕਰਨ ਵਾਸਤੇ। 24 ਮਹੀਨੇ ਤੱਕ ਵੀ ਉਹਨਾਂ ਨੂੰ ਮਿਲ ਗਈ ਆ। ਕਈ ਜਗ੍ਹਾ 'ਤੇ ਹਾਲੇ ਦਿੱਕਤ ਹੈਗੀ ਆ ਕਿਉਂਕਿ ਫ੍ਰੀ ਕਲੈਕਟਿਵ ਬਾਰਗੇਨਿੰਗ ਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਟੇਬਲ 'ਤੇ ਬਹਿੰਦੇ ਹੋ ਉੱਥੇ ਗਿਵ ਐਂਡ ਟੇਕ ਕਰਨਾ ਪੈਂਦਾ। ਸੋ ਇਸ ਵੇਲੇ ਵਰਕਰ ਦੀ ਜਿਹੜੀ ਕੀ ਡਿਮਾਂਡ ਹੈਗੀ ਹੈ ਉਹਨਾਂ ਦੀ ਰੀਕਾਲ ਰਾਈਟ ਵਿੱਚ ਐਕਸਟੈਂਸ਼ਨ ਹੋਵੇ ਅਤੇ ਬਾਕੀ ਇੰਪਲੋਇਰ ਵੀ ਬਾਰਗੇਨ ਕਰ ਰਹੇ, ਉਹਨਾਂ ਦੀਆਂ ਆਪਣੀ ਡਿਮਾਂਡਸ ਹੋਣਗੀਆਂ। ਸੋ ਮੈਂ ਮੈਨੂੰ ਕਾਫੀ ਆਸ ਹੈਗੀ ਕਿ ਬਾਰਗੇਨ ਟੇਬਲ ਦੇ ਉੱਤੇ ਜਿਹੜੀ ਚੀਜ਼ ਡਿਸਾਈਡ ਹੁੰਦੀ ਹੈ ਸਭ ਤੋਂ ਬੈਸਟ ਹੁੰਦੀ ਹੈ, ਕਿਉਂਕਿ ਦੋਨਾਂ ਨੇ ਉਹਨੂੰ ਸਮਝ ਕੇ ਸੋਚ ਕੇ ਫਿਰ ਬਾਰਗੇਨ ਕਰਕੇ ਤਾਂ ਉਹ ਕੰਟਰੈਕਟ ਵਿੱਚ ਲਿਖਿਆ ਜਾਂਦਾ। ਸੋ ਪਰ ਮੈਂ ਉਹ ਜਿਹੜੀ ਹੈਗੀ ਸੈਂਡਰਾ ਬੈਨਿਸਟਰ ਦੀ ਰਿਪੋਰਟ ਮੇਰੇ ਕੋਲ ਆਈ ਆ, ਉਹਦੇ 'ਤੇ ਅਸੀਂ ਦੇਖ ਕੇ ਤਾਂ ਫਿਰ ਦੇਖਦੇ ਨੈਕਸਟ ਸਟੈਪਸ ਕੀ ਲੈਣੇ ਦੀ ਜ਼ਰੂਰਤ ਹੈ ਜੀ।
ਕਿਉਂਕਿ ਉਸ ਦੇ ਵਿੱਚ ਉਹਨਾਂ ਨੇ ਸਿਰਫ ਇਹ ਨਹੀਂ ਸਾਂਝਾ ਕੀਤਾ ਕਿ ਜਿਹੜਾ ਕਾਮਿਆਂ ਨੂੰ ਇਹ ਨਵੇਂ ਕਾਮੇ ਹਾਇਰ ਕਰ ਰਹੇ ਨੇ ਘੱਟ ਤਨਖਾਹ ਦੇ ਉੱਤੇ, ਉਹ ਤਾਂ ਹੈ ਹੀ ਹੈ ਕਿ ਜਿਨ੍ਹਾਂ ਕੋਲ ਤਜਰਬਾ ਘੱਟ ਹੋਊਗਾ ਉਹਨਾਂ ਨੂੰ ਬੇਸਿਕ ਪੇ ਤੋਂ ਸ਼ੁਰੂਆਤ ਕਰਨਗੇ ਉਹ ਕੰਮ ਤੇ ਰੱਖਣ ਦੀ, ਨਵੇਂ ਕਾਮਿਆਂ ਨੂੰ ਘੱਟ ਤਨਖਾਹ ਦੇਣੀ ਪਊਗੀ। ਤਾਂ ਇਹਦੇ ਤੇ ਕੀ ਹੈ ਕਿ ਬਹੁਤ ਇੰਪਲੋਇਰ ਇਹ ਮਰਜ਼ੀਆਂ ਕਰਦੇ ਨੇ, ਜਿਹੜੇ ਹੱਕ ਨੇ ਉਹਨਾਂ ਦੇ ਉਹ ਦਿੰਦੇ ਨਹੀਂ, ਉਹਨਾਂ ਨੂੰ ਓਵਰ ਟਾਈਮ ਨਹੀਂ ਦੇਣਾ, ਵੈਕੇਸ਼ਨ ਪੇ ਨਹੀਂ ਦੇਣੀ, ਤੇ ਫਿਰ ਉਹਦੇ ਉੱਤੇ ਮਤਲਬ ਉਹਨਾਂ ਨੂੰ ਕੀ ਕਰਨਾ ਚਾਹੀਦਾ? ਸੋ ਦੇਖੋ ਦੋ ਗੱਲਾਂ ਹੈਗੀ, ਇੱਕ ਤਾਂ ਹੈਗਾ ਯੂਨੀਅਨਾਈਜ਼ ਵਰਕਫੋਰਸ, ਉੱਥੇ ਕੰਟਰੈਕਟ ਲਿਖਿਆ, ਉੱਥੇ ਯੂਨੀਅਨ ਹੈਗੀ ਆ, ਉਹ ਤਾਂ ਕੰਟਰੈਕਟ ਦੇ ਮੁਤਾਬਕ ਉਹਨਾਂ ਨੂੰ ਪੇ ਕਰਨਾ ਹੀ ਪੈਣਾ। ਹਾਂਜੀ। ਤੇ ਦੂਸਰੇ ਪਾਸੇ ਕਿ ਨਾਨ ਯੂਨੀਅਨ ਵਰਕਫੋਰਸ, ਸ਼ਾਇਦ ਤੁਸੀਂ ਉਹਨਾਂ ਦੀ ਜ਼ਿਆਦਾ ਗੱਲ ਕਰ ਰਹੇ ਹੋ। ਹਾਂਜੀ, ਕਿਉਂਕਿ ਨਾਨ ਯੂਨੀਅਨ ਵਰਕਫੋਰਸ ਦੇ ਉੱਤੇ ਵੀ ਇੰਪਲੋਇਮੈਂਟ ਸਟੈਂਡਰਡ ਐਕਟ ਅਪਲਾਈ ਕਰਦਾ। ਵੈਕੇਸ਼ਨ ਪੇ ਉਹਨਾਂ ਦੀ ਬਣਦੀ ਆ, ਉਹਨਾਂ ਨੂੰ ਉਹਨਾਂ ਦਾ ਹੱਕ ਬਣਦਾ, ਨਾ ਕਿ ਇੰਪਲੋਇਰ ਤੇ ਨਹੀਂ ਹੈਗਾ ਦੇਣੀ ਜਾਂ ਨਹੀਂ ਦੇਣੀ, ਉਹਨਾਂ ਦਾ ਹੱਕ ਬਣਦਾ। ਉਹਨਾਂ ਨੂੰ ਸੈਵਰੈਂਸ ਪੇ ਜਿਹੜੀ ਹੈਗੀ ਆ, ਜੇ ਉਹ ਵਿਦਆਊਟ ਨੋਟਿਸ ਉਹਨਾਂ ਨੂੰ ਹਟਾ ਦਿੰਦੇ ਤਾਂ ਉਹਨਾਂ ਦੀ ਬਣਦੀ ਆ, ਮਿਨੀਮਮ ਵੇਜ ਬਣਦੀ ਆ। ਸੋ ਬਹੁਤ ਜਿਹੜੀਆਂ ਚੀਜ਼ਾਂ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਵਿੱਚ ਹੈਗੀਆਂ ਉਹ ਸਾਰੀਆਂ ਉਹਨਾਂ 'ਤੇ ਲਾਗੂ ਹੁੰਦੀਆਂ। ਔਰ ਉਹਨਾਂ ਦੇ ਸਾਡੇ ਕੋਲ ਹੁਣ ਫਿਰ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਬੈਠੀ ਆ, ਜੇ ਉਹ ਕੋਈ ਵਰਕਰ ਫੀਲ ਕਰਦਾ ਕਿ ਮੈਨੂੰ ਕਾਨੂੰਨ ਮੁਤਾਬਕ ਪੈਸੇ ਨਹੀਂ ਮਿਲ ਰਹੇ, ਤਨਖਾਹ ਨਹੀਂ ਮਿਲ ਰਹੀ, ਜਾਂ ਵੈਕੇਸ਼ਨ ਪੇ ਨਹੀਂ ਮਿਲ ਰਹੀ, ਓਵਰਟਾਈਮ ਨਹੀਂ ਮਿਲ ਰਿਹਾ, ਉਹ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਨੂੰ ਕੰਟੈਕਟ ਕਰ ਸਕਦੇ, ਉਹਨਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਾਂਦਾ ਉੱਥੇ ਫਿਰ। ਸੋ ਆਈ ਥਿੰਕ ਉਸੇ ਲਈ ਇੱਕ ਤੁਹਾਨੂੰ ਦੱਸਦਾ, ਇਹ ਜਿਹੜੀ ਰੀਕਾਲ ਦੀ ਗੱਲ ਹੈਗੀ ਆ, ਜਿਹੜੀ ਅਸੀਂ ਹੁਣ ਐਕਸਟੈਂਸ਼ਨ ਦਿੱਤੀ ਹੈ, ਕਿਉਂਕਿ ਆਪਣੇ ਸਾਡੇ ਇੰਪਲੋਇਮੈਂਟ ਸਟੈਂਡਰਡ ਦੇ ਵਿੱਚ ਕਲਾਜ਼ ਹੈਗੀ ਆ ਕਿ ਵਰਕਰ ਨੂੰ ਜੇ ਤੁਸੀਂ ਵਿਦਆਊਟ ਨੋਟਿਸ ਲੇ ਆਫ ਕਰਦੇ ਹੋ ਤਾਂ ਉਹਨਾਂ ਦਾ ਸੈਵਰੈਂਸ ਪੇ ਬਣਦੀ ਆ ਬੇਸਡ ਔਨ ਉਹਨਾਂ ਦੀ ਸਰਵਿਸ ਹੈਗੀ ਕਿੰਨੀ ਲੱਗੀ ਆ। ਪਰ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਇਹ ਹੈ, ਤੁਸੀਂ 13 ਵੀਕ ਲਈ ਟੈਂਪਰੇਰੀ ਲੇ ਆਫ ਲੈ ਸਕਦੇ ਹੋ, ਪਰ ਉਹ ਵਰਕਰ ਦੀ ਉਹਦੇ ਨਾਲ ਉਹਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ। ਅਸੀਂ ਫਿਰ ਇੰਪਲੋਇਰ ਨੇ ਸਾਨੂੰ ਕਿਹਾ ਕਿ 13 ਵੀਕ ਥੋੜ੍ਹੇ ਆ, ਕਿਉਂਕਿ ਕੋਵਿਡ ਦਾ ਪਤਾ ਨਹੀਂ ਕਦੋਂ ਠੀਕ ਹੋਣਾ, ਫਿਰ ਅਸੀਂ ਵਧਾ ਕੇ ਹੁਣ ਅਗਸਤ 30 ਤੱਕ ਕਰ ਦਿੱਤੀ ਹੈ। ਅਗਸਤ 25 ਲਾਸਟ ਡੇ ਹੈਗਾ, ਜਿਹਦੇ ਵਿੱਚ ਜੇ ਇੰਪਲੋਇਰ ਅੱਜ ਅਪਲਾਈ ਕਰਨ ਤਾਂ ਉਹਨਾਂ ਨੂੰ 30 ਤੋਂ ਪਹਿਲਾਂ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਏਗੀ, ਉਹਨਾਂ ਨੂੰ ਆਨਸਰ ਮਿਲ ਜਾਏਗਾ। ਪਰ 30 ਤੋਂ ਬਾਅਦ ਜੇ ਉਹ ਨਹੀਂ ਐਕਸਟੈਂਸ਼ਨ ਲੈਂਦੇ ਔਰ ਵਰਕਰ ਨੂੰ ਵਾਪਸ ਨਹੀਂ ਬੁਲਾਉਂਦੇ, ਇਹ ਜਿਹੜੀ ਟੈਂਪਰੇਰੀ ਲੇ ਆਫ ਪਰਮਾਨੈਂਟ ਬਣ ਜਾਏਗੀ। ਔਰ ਪਰਮਾਨੈਂਟ ਲੇ ਆਫ ਦੇ ਮੁਤਾਬਕ ਫਿਰ ਉਹਨਾਂ ਨੂੰ ਇੰਪਲੋਇਮੈਂਟ ਸਟੈਂਡਰਡ ਐਕਟ ਲਾਗੂ ਹੋਏਗਾ, ਸੈਵਰੈਂਸ ਪੇ ਜਿੰਨੀ ਬਣਦੀ ਵਰਕਰ ਨੂੰ ਦੇਣੀ ਪਏਗੀ। ਕਈ ਵਾਰੀ ਟੈਨਸ ਆਫ ਥਾਊਜ਼ੈਂਡ ਡਾਲਰ ਬੇਸਡ ਔਨ ਤੁਹਾਡਾ ਕਿੱਡਾ ਕੰਪਨੀ ਹੈਗੀ ਆ, ਉਹ ਹੋ ਸਕਦਾ ਤੁਹਾਡੇ ਕੋਲ ਨਾ ਹੋਵੇ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਅੱਜ ਅਪਲਾਈ ਕਰੋ, ਤਾਂ ਕਿ 3 ਦਿਨ ਦੇ ਵਿੱਚ ਤੁਹਾਨੂੰ ਅਸੀਂ ਜਵਾਬ ਦੇ ਦਿੰਦੇ ਹਾਂ ਤੁਹਾਡੀ ਐਪਲੀਕੇਸ਼ਨ ਬਾਰੇ, ਤਾਂ ਕਿ ਤੁਹਾਨੂੰ ਜਿਹੜੀ ਸੈਵਰੈਂਸ ਪੇ ਨਾ ਦੇਣੀ ਪਵੇ ਔਰ ਵਰਕਰ ਦੇ ਨਾਲ ਰਲ ਕੇ ਕਰਨਾ ਪੈਣਾ ਤੁਹਾਨੂੰ। ਜੇ ਵਰਕਰ ਮੰਨਦੇ ਆ ਮੈਜੋਰਟੀ, ਤਾਂ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਵੇਲੇ ਸਾਡੇ ਕੋਲ 200 ਤੋਂ ਵੱਧ ਦੀ ਐਪਲੀਕੇਸ਼ਨ ਆ ਚੁੱਕੀ ਆ ਜਿਹੜੇ ਚਾਹੁੰਦੇ ਆ ਐਕਸਟੈਂਸ਼ਨ ਲੈਣ ਲਈ, ਜਿਨ੍ਹਾਂ ਦੇ ਵਿੱਚੋਂ 100 ਤੋਂ ਵੱਧ ਜਿਹੜੇ ਹੈਗੇ 120-25 ਜਿਹੜੇ ਜਿਹਨੂੰ ਔਰ ਮਨਜ਼ੂਰੀ ਮਿਲ ਗਈ ਆ। ਜਿਵੇਂ ਕਿ ਹੁਣ ਜਦੋਂ ਇੰਟਰਵਿਊਜ਼ ਵੀ ਕੀਤੀਆਂ, ਸਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਯੂਨੀਅਨ ਦੇ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ, ਤੇ ਉਹਨਾਂ ਨੇ ਜਦੋਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਨਾਨ ਯੂਨੀਅਨ ਵਰਕਰ ਨੇ ਉਹਨਾਂ ਦੇ ਬਾਰੇ ਵੀ ਇਹ ਦਿੱਤੀ ਇਨਫੋਰਮੇਸ਼ਨ, ਤਾਂ ਅਸੀਂ ਤੁਹਾਡੇ ਤੱਕ ਦੱਸੀ ਕਿ ਉਹਨਾਂ ਜਿਹੜੇ ਬਿਨਾਂ ਸਹੂਲਤਾਂ ਤੋਂ ਕੰਮ ਕਰੀ ਜਾਂਦੇ ਨੇ। ਤੇ ਫਿਰ ਮੈਂ ਇੱਥੇ ਤੁਹਾਨੂੰ ਇਸ ਚੀਜ਼ ਤੋਂ, ਇਸ ਮੁੱਦੇ ਤੋਂ ਹਟ ਕੇ ਕਾਮਿਆਂ ਦੇ ਬਾਰੇ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਵੀ ਕਿਤੇ ਕਿਸੇ ਨਾਲ ਧੱਕਾ ਹੁੰਦਾ, ਜਿਵੇਂ LMIs ਦਾ ਹੋਇਆ, ਤੁਸੀਂ ਪਹਿਲਾਂ ਇੱਕ ਜਿਹੜਾ ਅਨਾਉਂਸਮੈਂਟ ਕੀਤੀ ਸੀ ਜੇ ਕਾਮਿਆਂ ਨਾਲ ਧੱਕਾ ਹੋ ਰਿਹਾ ਤਾਂ ਉਹ ਤੁਸੀਂ ਜਿਹੜਾ ਪੁਰਾਣਾ ਰੂਲ ਕਰਕੇ ਕਿਹਾ ਸੀ ਵੀ ਕਾਮੇ ਹੋਰ ਈਜ਼ੀਲੀ ਸ਼ਿਕਾਇਤ ਕਰ ਸਕਦੇ ਨੇ, ਉਹਨਾਂ ਲਈ ਸਹੂਲਤ ਦਿੱਤੀ ਹੈ ਨਾ, ਤਾਂ ਫਿਰ ਹਜੇ ਵੀ ਹੁਣ ਆਮ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਬਹੁਤ ਗਿਣਤੀ 'ਚ ਕਾਮੇ ਨੇ, ਤੇ ਹਰ ਇੱਕ ਨੂੰ ਪਤਾ ਹੈ ਕਿ ਇਹੋ ਜਿਹੇ ਹੈਗੇ ਨੇ ਇੰਪਲੋਇਰ ਜਿਹੜੇ ਨਹੀਂ ਹੈ ਦਿੰਦੇ ਸਹੂਲਤਾਂ, ਨਹੀਂ ਉਹਨਾਂ ਦੇ ਕਾਮਿਆਂ ਦੇ ਹੱਕਾਂ ਦੀ ਗੱਲ ਕਰਦੇ, ਤੇ ਨਵੇਂ ਕਾਮੇ ਨੇ ਕਈ ਉਹਨਾਂ ਨੂੰ ਨਹੀਂ ਪਤਾ, ਬਹੁਤ ਸਾਰੇ ਨੇ ਜਿਹੜੇ ਨਵੇਂ ਨੇ ਬਿਲਕੁਲ ਕਾਮੇ, ਉਹਨਾਂ ਨੂੰ ਨਹੀਂ ਪਤਾ ਹੈਗਾ ਹਜੇ ਉਹ ਵਾਲੇ ਕਿ ਉਹਨਾਂ ਨੂੰ ਕਿਹੜੇ ਹੱਕ ਹੋਰ ਮਿਲ ਵੀ ਸਕਦੇ ਨੇ। ਪਰ ਕੀ ਇਹਦੇ ਤੇ ਇਹ ਨਹੀਂ ਹੋ ਸਕਦਾ ਕਿ ਕਿਸੇ ਨਾ ਕਿਸੇ ਤੇ ਜਾਂਚ ਕੋਈ ਬਿਠਾਈ ਜਾਵੇ, ਕੋਈ ਕਮੇਟੀ ਹੋਵੇ ਜਿਹੜੀ ਥੋੜਿਆਂ ਦੇ ਉੱਤੇ ਜਾਂਚ ਕਰਕੇ ਇੱਕ ਵਾਰ ਪਤਾ ਕਰ ਲਵੇ ਵੀ ਐਵੇਂ ਹੋ ਰਿਹਾ ਹੈ, ਤਾਂ ਕਿ ਬਾਕੀ ਸਾਰਿਆਂ ਨੂੰ ਵੀ ਕੰਨ ਨਾ ਹੋ ਸਕਦੇ ਨੇ ਇੰਪਲੋਇਰਸ ਨੂੰ ਕਿ ਜੇਕਰ ਕਿਸੇ ਉੱਤੇ ਐਕਸ਼ਨ ਲਿਆ ਗਿਆ ਸਾਡੇ ਲਈ ਤੇ ਵੀ ਲਿਆ ਜਾ ਸਕਦਾ, ਅਸੀਂ ਕਾਮਿਆਂ ਨਾਲ ਧੱਕਾ ਨਾ ਕਰੀਏ। ਸੋ ਐਕਚੁਅਲੀ ਇਹੋ ਜਿਹਾ ਹੋ ਰਿਹਾ। ਮੈਂ ਤੁਹਾਨੂੰ ਦੱਸਣਾ, ਇੱਕ ਤਾਂ ਅਸੀਂ ਜਿਹੜਾ ਹੈਗਾ ਕਾਨੂੰਨ ਚੇਂਜ ਕੀਤਾ ਤਾਂ ਕਿ ਵਰਕਰ ਨੂੰ ਫੇਅਰਨੈਸ ਮਿਲ ਸਕੇ। ਦੂਸਰਾ ਅਸੀਂ ਜਿਹੜੀ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਜਿਹੜੀ ਕਿ ਪਹਿਲਾਂ ਪਿਛਲੇ 16-17 ਸਾਲ ਡਿਫਰੈਂਟ ਅਪਰੋਚ ਲੈ ਰਹੀ ਸੀ, ਉਹ ਸਿਰਫ ਕੰਪਲੇਂਟ ਬੇਸ ਉਹਨਾਂ ਦਾ ਸਿਸਟਮ ਸੀਗਾ, ਉਹਦੇ ਵਿੱਚ ਸੈਲਫ ਹੈਲਪ ਕਿੱਟ ਪਾਈ ਹੋਈ ਸੀਗੀ, ਬੜਾ ਓਨਰਸ ਕੰਮ ਸੀਗਾ ਉਹ। ਅਸੀਂ ਸਭ ਕੁਝ ਹਟਾ ਦਿੱਤਾ, ਅਸੀਂ ਐਕਚੁਅਲੀ ਪ੍ਰੋਐਕਟਿਵ ਅਪਰੋਚ ਦੇ ਦਿੱਤੀ ਉਹਨਾਂ ਨੂੰ। ਨਵੇਂ ਹੋਰ ਆਫਿਸਰ ਹਾਇਰ ਕੀਤੇ, 40 ਤੋਂ ਵੱਧ ਅਸੀਂ ਆਫਿਸਰ ਹਾਇਰ ਕੀਤੇ ਆ, ਤਾਂ ਕਿ ਪ੍ਰੋਐਕਟਿਵਲੀ ਜਾ ਕੇ ਜਿੱਥੋਂ ਵੀ ਕਿਤੇ ਸ਼ਿਕਾਇਤ ਮਿਲਦੀ ਆ ਉੱਥੇ ਜਾ ਕੇ ਉਹਨਾਂ ਦਾ ਆਡਿਟ ਕਰਦੇ ਆ ਸਾਰੇ ਬ੍ਰਾਂਚ ਦਾ, ਸਾਰੇ ਡਿਪਾਰਟਮੈਂਟ ਦਾ, ਤੇ ਉੱਥੋਂ ਫਿਰ ਉਹਨਾਂ ਨੂੰ ਜਸਟਿਸ ਦਿੱਤੀ ਜਾਂਦੀ ਆ। ਸੋ ਆਈ ਥਿੰਕ ਅਸੀਂ ਕਾਫੀ ਪ੍ਰੋਐਕਟਿਵ ਕੰਮ ਸ਼ੁਰੂ ਕਰ ਦਿੱਤੇ ਆ। ਨਾਲ ਦੀ ਨਾਲ 135 ਲੈਂਗੁਏਜ ਦੇ ਵਿੱਚ ਸੈਲਫ ਹੈਲਪ ਲਾਈਨ ਜਿਹੜੀ ਬਣਾਈ ਹੋਈ ਆ,
ਹੈਲਪਲਾਈਨ ਨੰਬਰ ਕਹਿੰਦਾ ਹਾਂਜੀ। ਇੰਪਲੋਇਮੈਂਟ ਸਟੈਂਡਰਡ ਬਾਰੇ, ਤੁਸੀਂ ਆਪਣੇ ਰੀਅਲ ਪਰਸਨ ਨਾਲ ਉੱਥੇ ਗੱਲ ਕਰ ਸਕਦੇ ਹੋ। ਜੇ ਤੁਹਾਡਾ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਸੋ ਅਸੀਂ ਜਿਹੜੇ ਬ੍ਰਾਂਚ ਦੇ ਰਿਸੋਰਸਿਸ ਵਧਾ ਰਹੇ ਹਾਂ, ਤੁਸੀਂ ਫੋਨ ਕਰਕੇ ਪਤਾ ਕਰ ਲਓ ਤੇ ਤੁਹਾਨੂੰ ਨਾਂ ਵੀ ਦੱਸਣ ਦੀ ਲੋੜ ਨਹੀਂ ਹੈਗੀ। ਤੇ ਉੱਥੇ ਜਾ ਕੇ ਜਿਹੜੇ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਦੇ ਆਫਿਸਰ ਆ ਉਹ ਆਡਿਟ ਕਰਨਗੇ ਇੰਪਲੋਇਰ ਦਾ, ਤੇ ਤੁਹਾਨੂੰ ਜਿਹੜਾ ਹੱਕ ਬਣਦਾ ਉਹ ਲੈ ਕੇ ਦੇਣਗੇ। ਸੋ ਜ਼ਰੂਰੀ ਆ, ਅਸੀਂ ਅੱਗੇ ਹੁੰਦਾ ਸੀ ਕਿ 6 ਮਹੀਨੇ ਪਿੱਛੇ ਜਾ ਸਕਦੇ ਸੀ ਕੰਪਲੇਂਟ ਲੈ ਆਪਣੇ ਪੈਸੇ ਜੇ ਤੁਹਾਨੂੰ ਨਹੀਂ ਮਿਲੇ, ਹੁਣ ਅਸੀਂ ਵਧਾ ਕੇ 12 ਮਹੀਨੇ ਕਰ ਦਿੱਤਾ। ਸੋ ਪਿੱਛੇ 12 ਮਹੀਨੇ ਤੱਕ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਫੀਲ ਕਰਦੇ ਕਿ ਤੁਹਾਡੇ ਪੈਸੇ ਉਹਨਾਂ ਨੇ ਕਿਸੇ ਨੇ ਮਾਰ ਲਏ ਜਾਂ ਪੂਰੇ ਕਾਨੂੰਨ ਮੁਤਾਬਕ ਨਹੀਂ ਦਿੱਤੇ। ਸੋ ਕਾਫੀ ਅਸੀਂ ਚੇਂਜਸ ਲਿਆ ਰਹੇ ਹਾਂ ਤਾਂ ਕਿ ਵਰਕਰ ਜਿਹੜਾ ਉਹਦਾ ਹੱਕ ਮਿਲੇ, ਕਿਉਂਕਿ ਤੁਸੀਂ ਦੇਖੋ ਮਿਨੀਮਮ ਵੇਜ ਵਾਲੇ ਵਰਕਰ ਆਏ, ਉਹ ਤਾਂ ਹੈਂਡ ਟੂ ਮਾਊਥ ਤੋਂ ਵੀ ਘੱਟ ਆ, ਗੁਜ਼ਾਰਾ ਨਹੀਂ ਹੁੰਦਾ। ਦੋਨੇ ਹਸਬੈਂਡ ਵਾਈਫ ਹੌਸਲਾ ਬੱਚਿਆਂ ਨੂੰ ਵੀ ਕੰਮ ਕਰਨਾ ਪਵੇ। ਇਸ ਕਰਕੇ ਅਸੀਂ ਇਹ ਜਿਹੀਆਂ ਚੇਂਜਸ ਲਿਆਉਂਦੇ ਹਾਂ ਤਾਂ ਕਿ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਵਿੱਚ 2020 ਦੇ ਵਿੱਚ ਇਹੋ ਜਿਹਾ ਧੱਕਾ ਵਰਕਰ ਨਾਲ ਨਾ ਹੋਵੇ। ਅਸੀਂ ਬੜੀ ਤੇਜ਼ੀ ਨਾਲ ਇਸ ਪਾਸੇ ਨੂੰ ਚੱਲ ਰਹੇ ਹਾਂ ਤਾਂ ਕਿ ਵਰਕਰ ਜਦੋਂ ਵੀ ਫੀਲ ਕਰੇ ਫੋਨ ਕਰਨ ਉੱਥੇ ਹੈਲਪਲਾਈਨ ਤੇ, ਆਪਣੀ ਸਪੋਰਟ ਉਹਨਾਂ ਨੂੰ ਮਿਲੇਗੀ। ਤੇ ਜੇ ਆਪਣੀ ਪਛਾਣ ਦੱਸੇ ਬਿਨਾ ਫੋਨ ਕਰਦੇ ਨੇ ਤਾਂ ਤੁਰੰਤ ਉਹਨਾਂ ਤੇ ਵੀ ਕਾਰਵਾਈ ਹੁੰਦੀ ਹੈ? ਬਿਲਕੁਲ ਸਹੀ ਹੋਏਗੀ। ਉਹ ਦੱਸਣ ਕਿ ਮੇਰਾ ਨਾਂ ਨਾ ਲਿਆ ਜਾਵੇ, ਕਿਉਂਕਿ ਇਹ ਨਾਨ ਯੂਨੀਅਨ ਵਰਕ ਪਲੇਸ ਦੇ ਵਿੱਚ ਡਰ ਵੀ ਹੁੰਦਾ ਉਹਨਾਂ ਨੂੰ ਕਿ ਫੇਰ ਬਹਾਨਾ ਲਾ ਕੇ ਠਾ ਦੇਣਗੇ, ਪਰ ਉਹ ਕਹਿ ਦੇਣ ਕਿ ਮੈਂ ਨਾਂ ਨਹੀਂ ਦੱਸਣਾ, ਪਰ ਇੱਥੇ ਮੈਂ ਕੰਮ ਕਰਦਾ ਤੇ ਇੱਥੇ ਆ ਕੁਝ ਹੋ ਰਿਹਾ, ਤੇ ਫਿਰ ਉੱਥੇ ਆਡਿਟ ਹੋ ਕੇ ਤਾਂ ਸਾਰਾ ਕੁਝ ਜਸਟਿਸ ਮਿਲ ਜਾਏਗੀ। ਜੀ, ਪਰ ਜਿਨ੍ਹਾਂ ਕੋਲ ਸ਼ਿਕਾਇਤ ਕਰਨੀ ਹੈ ਉਹਨਾਂ ਨੂੰ ਆਪਣਾ ਨਾਮ ਦੱਸਣਾ ਪਏਗਾ, ਉਹਨਾਂ ਨੂੰ ਵੀ ਮੈਂ ਇੱਥੇ ਕੰਮ ਕਰ ਰਿਹਾ, ਮੇਰਾ ਆਹ ਨਾਮ ਹੈ, ਪਰ ਅੱਗੇ ਨਾ ਦੱਸਿਓ ਜੀ। ਉਹ ਫਿਰ ਤੁਹਾਡਾ ਨਾਂ ਉਹ ਨਹੀਂ ਦੱਸਦੇ ਅੱਗੇ। ਠੀਕ ਆ, ਬਿਲਕੁਲ ਸਹੀ ਗੱਲ। ਓਕੇ ਜੀ। ਤੇ ਅੰਤ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ, ਕਾਮਿਆਂ ਨੂੰ? ਬਿਲਕੁਲ, ਕਿਉਂਕਿ ਆਪਾਂ ਕੈਨੇਡਾ ਵਿੱਚ ਰਹਿ ਰਹੇ ਹੋ, ਜੇ ਤੁਸੀਂ ਯੂਨੀਅਨ ਦੇ ਮੈਂਬਰ ਹੈਗੇ ਆ ਤਾਂ ਤੁਸੀਂ ਯੂਨੀਅਨ ਦੇ ਕੋਲ ਹਮੇਸ਼ਾ ਆਪਣੀ ਕੰਪਲੇਂਟ ਲੈ ਕੇ ਜਾਓ, ਕਿਉਂਕਿ ਯੂਨੀਅਨ ਦਾ ਇਹ ਫਾਇਦਾ ਹੀ ਤਾਂ ਆ ਕਿ ਤੁਹਾਨੂੰ ਜਿਹੜਾ ਤੁਹਾਡਾ ਹੱਕ ਬਣਦਾ ਕੰਟਰੈਕਟ ਵਿੱਚ ਲਿਖਿਆ ਉਹ ਤੁਹਾਨੂੰ ਮਿਲੇ। ਜੇ ਨਾਨ ਯੂਨੀਅਨ ਹੋ ਤੁਸੀਂ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ 'ਤੇ ਫੋਨ ਕਰ ਸਕਦੇ ਹੋ। 135 ਲੈਂਗੁਏਜ ਦੇ ਵਿੱਚ ਉੱਥੇ ਹੈਲਪਲਾਈਨ ਸਾਡੀ ਬਣਾਈ ਹੋਈ ਹੈਗੀ ਆ, ਉੱਥੇ ਫੋਨ ਕਰਕੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਆਪਣਾ ਜਿਹੜਾ ਪ੍ਰੋਬਲਮ ਦੱਸ ਸਕਦੇ ਹੋ। ਜੇ ਤੁਸੀਂ ਚਾਹੁੰਦੇ ਮੇਰਾ ਨਾਂ ਨਾ ਦੱਸਿਆ ਜਾਵੇ, ਤੁਸੀਂ ਉਹ ਵੀ ਉਹਨੂੰ ਰਿਕੁਐਸਟ ਕਰ ਸਕਦੇ ਮੇਰਾ ਨਾਂ ਨਾ ਦੱਸਿਆ ਜਾਵੇ, ਤੇ ਆਪਣੇ ਇੰਪਲੋਇਰ ਦਾ ਤੇ ਜੋ ਪ੍ਰੋਬਲਮ ਆ ਰਹੀਆਂ ਉਹ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਹ ਤੁਸੀਂ ਭੇਜ ਦਿਓ ਤਾਂ ਕਿ ਉੱਥੇ ਆਡਿਟ ਹੋ ਕੇ ਤਾਂ ਵਰਕਰ ਨੂੰ ਜਿਹੜਾ ਹੈਗਾ ਆ ਜਸਟਿਸ ਮਿਲ ਸਕੇ। ਇਹ ਕੈਨੇਡਾ ਦੇ ਵਿੱਚ ਅਸੀਂ ਬੜਾ ਮਾਣ ਨਾਲ ਕਹਿੰਦੇ ਕਿ ਹਿਊਮਨ ਰਾਈਟ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ, ਵਰਕਰ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ। ਜਿੱਥੇ ਕਿਤੇ ਵਰਕਰ ਨਾਲ ਧੱਕਾ ਹੁੰਦਾ, ਉਹਦੀ ਹਿਊਮਨ ਰਾਈਟ ਦਾ ਜਾਂ ਉਹਦੇ ਪੈਸਿਆਂ ਦਾ, ਵਰਕਰ ਹੈਲਥ ਐਂਡ ਸੇਫਟੀ ਦਾ, ਉਹ ਜ਼ਰੂਰ ਉੱਠ ਕੇ ਆਪਣੀ ਆਵਾਜ਼ ਉਠਾਓ ਤੇ ਤਾਂ ਕਿ ਉਹਨਾਂ ਨੂੰ ਜਸਟਿਸ ਮਿਲ ਸਕੇ ਟਾਈਮਲੀ ਬੇਸਿਸ ਦੇ ਵਿੱਚ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਜੀ ਤੁਹਾਡਾ ਫॉर ਹੈਵਿੰਗ ਮੀ। ਥੈਂਕ ਯੂ। ਜਿਵੇਂ ਕਿ ਤੁਸੀਂ ਸੁਣਿਆ, ਇੱਥੇ ਮਿਨਿਸਟਰ ਹੈਰੀ ਬੈਂਸ ਦੇ ਵੱਲੋਂ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਮੁੱਖ 2 ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਕਿ ਜਿਹੜੇ ਕਾਮਿਆਂ ਦੇ ਵੱਲੋਂ ਇਸ ਸਮੇਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਮੰਗਾਂ ਕੀਤੀਆਂ ਜਾ ਰਹੀਆਂ ਨੇ। ਹੁਣ ਅੱਗੇ ਦੇਖਣਾ ਹੋਵੇਗਾ ਕਿ ਜਦੋਂ ਰਿਪੋਰਟ ਵੀ ਆ ਗਈ ਹੈ ਉਸ ਦੇ ਉੱਤੇ ਅੱਗੇ ਕੀ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ, ਤੇ ਇਸ ਮਾਮਲੇ ਦੇ ਉੱਤੇ ਜਿਹੜੀ ਵੀ ਅਪਡੇਟ ਸਾਹਮਣੇ ਆਉਂਦੀ ਹੈ ਉਹ ਅਸੀਂ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਜਿਹੜੇ ਕਾਮਿਆਂ ਦਾ ਜ਼ਿਕਰ ਕੀਤਾ ਗਿਆ, ਜੇਕਰ ਕਿਸੇ ਵੀ ਕਾਮੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਨਾਲ ਕੰਮ ਦੇ ਉੱਤੇ ਧੱਕਾ ਹੋ ਰਿਹਾ ਹੈ ਤਾਂ ਉਸ ਧੱਕੇ ਨੂੰ ਨਾ ਸਹਿਆ ਜਾਵੇ, ਸਿਰਫ ਇਹ ਸੋਚਦੇ ਹੋਏ ਕਿ ਜਾਂ ਉਹਨਾਂ ਦਾ ਕੰਮ ਜਾ ਸਕਦਾ ਹੈ ਜਾਂ ਉਹਨਾਂ ਦੇ ਕਿਸੇ ਪੇਪਰ ਵਰਕ ਦੇ ਉੱਤੇ ਕੋਈ ਦਿੱਕਤ ਆ ਸਕਦੀ ਹੈ। ਅਜਿਹਾ ਨਹੀਂ ਹੋਵੇਗਾ। ਤੁਸੀਂ ਆਪਣੀ ਪਛਾਣ ਨੂੰ ਲੁਕੋ ਕੇ ਵੀ ਸ਼ਿਕਾਇਤ ਕਰ ਸਕਦੇ ਹੋ ਤੇ ਆਪਣੇ ਹੱਕਾਂ ਨੂੰ ਜ਼ਰੂਰ ਪਹਿਚਾਣੋ।